हर ध्यावो सासे गेरा से, 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 सासे गेरा से, सासे गेरा से। हर त्यावो सासे गेरा से, हर त्यावो सासे गेरा से, हर त्यावो सासे गेरा से, हर त्यावो सासे गेरा से। ਅਸੀਂ ਕਈ ਬੈਠਕਾਂ 'ਚ ਅਸੀਂ ਗੁਰਬਾਣੀ ਰਾਹੀਂ ਸਿੱਧ ਕਰ ਰਹੇ ਹਾਂ ਕਿ ਕੀ ਗੁਰਸਿੱਖ ਦਾ ਪਹਿਲਾ ਪੌੜਾ, ਪਹਿਲਾ ਸਟੈਪ ਉਹਨੇ ਨਾਮ ਜਪਣਾ ਕਿਸ ਤਰ੍ਹਾਂ ਹੈ, ਬਾਣੀ 'ਚ ਕੀ ਇੰਸਟਰਕਸ਼ਨਸ ਨੇ। ਤੋ ਅਸੀਂ ਪਹਿਲੇ ਸਟੈਪ 'ਤੇ ਪੈਰ ਰੱਖ ਰਹੇ ਹਾਂ, ਪਹਿਲੇ ਪੌੜੇ 'ਤੇ। ਸਾਰੀ ਬਾਣੀ 'ਚ ਐਸੀ ਚੀਜ਼ ਇੱਕ ਦੱਸੀ ਜਾ ਰਹੀ ਹੈ ਵੀ ਪਰਮੇਸ਼ਰ ਦਾ ਨਾਮ ਤੂੰ ਆਪਣੇ ਸਾਸ ਗਿਰਾਸ ਦੇ ਨਾਲ ਜਪ। ਔਰ ਸਾਸ ਗਿਰਾਸ ਦੇ ਉੱਤੇ ਅਸੀਂ ਸ਼ਬਦ ਲਈ ਆ ਰਹੇ ਹਾਂ ਕਿਉਂਕਿ ਭਖ ਦਾ ਸਵਾਲ ਅੱਜ ਕੱਲ੍ਹ ਪੈਦਾ ਹੋ ਗਿਆ ਹੈ। ਜਿੰਨੇ ਵੀ ਪ੍ਰੋਫੈਸਰਾਂ ਨੇ ਜਿਨ੍ਹਾਂ ਨੇ ਬੜਾ ਅੱਛਾ ਕੰਮ ਕੀਤਾ, ਬਾਣੀ ਦੀ ਖੋਜ ਵੱਲ ਲਾਈ ਦੁਨੀਆ ਨੂੰ, ਸਿੱਖੀ ਨੂੰ, ਕਥਾ ਕਹਾਣੀਆਂ, ਸੂਰਜ ਪ੍ਰਕਾਸ਼ ਦੀਆਂ ਜਨਮ ਸਾਖੀਆਂ ਜੋ ਸਾਡੇ ਗਲ 300 ਸਾਲ 'ਚ ਕਹਾਣੀਆਂ ਪਾਈਆਂ ਸੀ, ਕਮ ਸੇ ਕਮ ਇਹਨਾਂ ਪ੍ਰੋਫੈਸਰਾਂ ਨਾਲ ਬਾਣੀ ਦੀ ਖੋਜ ਕਰ ਕਰਕੇ ਸਾਰੀ ਉਮਰਾਂ ਲਾ ਕੇ ਸਾਨੂੰ ਬਾਣੀ ਦੀ ਖੋਜ ਦੱਸੀ ਹੈ ਵੀ ਜਿੱਦਾਂ ਬਾਣੀ ਕਹਿੰਦੀ ਹੈ ਉੱਦਾਂ ਆਪਣਾ ਜੀਵਨ ਬਣਾਓ। ਕਿਉਂਕਿ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ। ਸਤਿਗੁਰ ਕੀ ਰੀਸੇ ਜੋ ਹੋਰ ਕੱਚ ਪਿੱਚ ਬੋਲਦੇ ਸੇ ਕੂੜਿਆਰ ਕੂੜੇ ਝੜ ਪੜੀਏ। ਸਤਿਗੁਰ ਦੀ ਬਾਣੀ ਜਿੰਨੀ ਵੀ ਸਮਝ ਆਉਣੀ ਸ਼ੁਰੂ ਹੋ ਜਾਏ ਉਹਦੇ ਮੁਤਾਬਕ ਆਪਣਾ ਜੀਵਨ ਢਾਲਣਾ ਸ਼ੁਰੂ ਕਰੋ। ਇਹੋ ਹੀ ਸਤ ਸਰੂਪ ਹੈ ਔਰ ਸਤ ਸਰੂਪ ਦੇ ਵਿੱਚ ਹੀ ਸਮਾ ਜਾਓਗੇ। ਜੇ ਤੁਸੀਂ ਬਾਣੀ ਰਾਹੀਂ ਨਾਮ ਜਪਣਾ ਸਿੱਖ ਲਿਆ ਤੋ ਸਾਰੀ ਬਾਣੀ 'ਚ ਉਹ ਕਹਿੰਦੇ ਜੀ ਧਿਆਨ ਲਾ ਕੇ ਚੁੱਪ ਕਰਕੇ ਨਾਮ ਜਪੋ। ਕੋਈ ਇਹ ਲਿਖਤੀ ਚੀਜ਼ਾਂ ਆ ਰਹੀਆਂ ਔਰ ਸਾਰੀ ਸਾਡੀ ਸਿੱਖ ਕੌਮ, ਖਾਸ ਕਰਕੇ ਨੌਜਵਾਨ ਪੜ੍ਹੇ ਲਿਖੇ ਲੋਕ, ਹੋਰ ਸਾਰੇ ਸਿੱਧੇ, ਉਹ ਛੇਤੀ ਨਾਲ ਉਹ ਟੀਕੇ ਪੜ੍ਹ ਕੇ ਅਤੇ ਕਹਿੰਦੇ ਜੀ ਕੋਈ ਰੱਬ ਖੁਸ਼ਾਮਦੀ ਹੈ ਵੀ ਉਹਦੀ ਤੁਸੀਂ ਖੁਸ਼ਾਮਦ ਕਰੋ ਵੀ ਹਾਂ ਉਹਦਾ ਨਾਮ ਜਪੋ ਤਾਂ ਉਹਨੇ ਖੁਸ਼ ਹੋਣਾ। ਜਾਂ ਤੁਸੀਂ ਇੰਨੀ ਉੱਚੀ ਉੱਚੀ ਨਾਮ ਜਪਦੇ ਹੋ ਤੁਸੀਂ ਮਨ 'ਚ ਨਹੀਂ ਜਪ ਸਕਦੇ। ਇਹੋ ਅਸੀਂ ਬਾਣੀ ਰਾਹੀਂ ਕਲੀਅਰ ਕਰ ਰਹੇ ਹਾਂ ਵੀ ਪਹਿਲਾ ਪੌੜਾ ਹੈ ਬੋਲ ਬੋਲ ਕੇ ਨਾਮ ਜਪਣਾ ਮੂੰਹ ਦੇ ਨਾਲ, ਪਹਿਲੀ ਸਟੇਜ ਹੈ। ਔਰ ਸਾਸ ਗਿਰਾਸ, ਕਿਉਂਕਿ ਸਾਹ ਤਾਂ ਆਉਣਾ ਹੀ ਹੈ ਇਨਸਾਨ ਨੂੰ, ਅੰਦਰ ਜਾਏ ਸਾਹ ਬਾਹਰ ਜਾਏ ਸਾਹ, ਇਹਦੇ ਨਾਲ ਤਾਲ ਜੋੜ ਲੈਣੀ। ਜਿਹੜਾ ਗੁਰਮੰਤਰ ਬਚਨ ਦੀਖਿਆ ਉਪਦੇਸ਼ ਜਾਂ ਸ਼ਬਦ ਜਪਣ ਵਾਲਾ ਮਿਲਦਾ ਹੈ ਗੁਰੂ ਕੋਲੋਂ,
ਉਹਦੇ ਨਾਲ ਇਹਨੂੰ ਸਵਾਸਾਂ ਨਾਲ ਜਪੀ ਜਾਣਾ। ਉੱਚੀ ਜਪੋ, ਹੌਲੀ ਜਪੋ, ਰਸਨਾ ਜ਼ਰੂਰ ਹਿੱਲੇ, ਪਹਿਲੀ ਪੌੜਾ ਹੈ। ਤੋ ਰਸਨਾ ਨਾਲ ਨਾਮ ਜਪਣਾ, ਨਾਲ ਸਵਾਸਾਂ, ਸਾਹ ਅੰਦਰ ਨੂੰ ਜਾਏ ਬਾਹਰ ਨੂੰ ਜਾਏ, ਇਹਦੀ ਤਾਲ ਜੋੜ ਲੈਣੀ। ਤੋ ਇਹ ਅਸੀਂ ਪੂਣੀ 31 ਆ ਰਹੇ ਹਾਂ ਕਈ ਸ਼ਬਦਾਂ 'ਚ, ਔਰ ਕਲੀਅਰ ਹੋ ਰਿਹਾ ਹੈ ਕਿ ਗੁਰਸਿੱਖੀ ਉਹ ਹੈ ਜਿਹੜਾ ਕਿ ਇਸ ਤਰ੍ਹਾਂ ਸਾਸ ਗਿਰਾਸ ਦਾ ਅਭਿਆਸ ਕਰਦਾ ਹੈ। ਜੋ ਵੀ ਸਾਡੀ ਬੇਨਤੀ ਹੈ ਵੀ ਜਿੰਨਾ ਇਹ ਅਸੀਂ ਬਣਾਈ ਆ ਰਹੇ ਹਾਂ, ਗਿਆਨ ਇਕੱਠਾ ਕਰ ਰਹੇ ਹਾਂ, ਰਿਕਾਰਡਿੰਗ ਕਰ ਰਹੇ ਹਾਂ, ਹਮੇਸ਼ਾ ਹੀ ਪਹਿਲੀ ਟੇਪ ਜ਼ਰੂਰ ਸੁਣਿਆ ਕਰੋ ਨਵੇਂ ਵਿਸ਼ੇ ਦੇ ਉੱਤੇ ਵੀ ਸਾਸ ਗਿਰਾਸ ਕਿਉਂ ਜਪਣਾ ਹੈ। ਅਸੀਂ ਪਹਿਲਾ ਸ਼ਬਦ ਲਿਆ ਸੀ ਸਾਸ ਗਿਰਾਸ ਦਾ, ਔਰ ਉਹ ਅਸੀਂ ਥੋੜ੍ਹੀਆਂ ਲਾਈਨਾਂ ਦੁਹਰਾ ਕੇ ਫਿਰ ਅਸੀਂ ਇਸ ਪੇਜ ਦੇ ਉੱਤੇ ਆਵਾਂਗੇ। ਉਹ ਹੈ ਵੀ ਗੁਰਸਿੱਖੀ ਉਹ ਹੈ ਜਿਹੜਾ ਕਿ ਸਾਸ ਗਿਰਾਸ ਦਾ ਅਭਿਆਸ ਕਰਦਾ ਹੈ। ਸੋ ਗੁਰਸਿੱਖ, ਸੋ ਗੁਰਸਿੱਖ, ਸੋ ਗੁਰਸਿੱਖ, ਸੋ ਗੁਰਸਿੱਖ, ਜੋ ਸਾਸੀ ਗਿਰਾਸੇ ਤੇ ਆਏ ਮੇਰਾ ਹਰੇ ਹਰੇ, ਜੋ ਸਾਸੇ ਗਿਰਾਸੇ ਤੇ ਆਏ ਮੇਰਾ ਹਰੇ ਹਰੇ, ਜੋ ਸਾਸੇ ਗਿਰਾਸੇ ਤੇ ਆਏ ਮੇਰਾ ਹਰੇ ਹਰੇ, सी गिरासे ते आए मेरा हरे हरे। सो गुरसिख, सो गुरसिख, गुरु मने पावै, सो गुरसिख, सो गुरसिख, गुरु मने पावै, सो गुरसिख, सो सासे गिरासे ते आए मेरा हर हर, सासे गिरासे ते आए मेरा हर हर। तो ਅਸੀਂ ਸਾਰੀ ਬਾਣੀ 'ਚ ਰਿਕਮੈਂਡੇਸ਼ਨ ਲੱਭੇ ਆ ਰਹੇ ਹਾਂ ਵੀ ਇੰਨੀ ਜ਼ਬਰਦਸਤ ਇੰਸਟਰਕਸ਼ਨ ਹੈ ਸਵਾਸਾਂ ਨਾਲ ਜਪਣ ਦੀ, ਔਰ ਪਹਿਲੇ ਪੌੜੇ ਨਾਲ ਅਸੀਂ ਗਾਂ ਲੜੀ ਤੋੜੀ ਆ ਰਹੇ ਹਾਂ। ਅੱਜ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ 82 ਸ੍ਰੀ ਰਾਗ ਮਹੱਲਾ ਚੌਥਾ ਔਰ ਵਣਜਾਰੇ ਦੀ ਟੂਨ 'ਤੇ ਅਸੀਂ ਕੱਢ ਰਹੇ ਹਾਂ। ਪਿਛਲਾ ਸ਼ਬਦ ਹੀ ਅਸੀਂ ਗਾ ਚੁੱਕੇ ਹਾਂ। ਉੱਤੇ ਜਿਹੜੀਆਂ ਇੰਨਾ ਮਸ਼ਹੂਰ ਸੀ ਵਣਜਾਰੇ ਸਾਰੇ ਹਿੰਦੁਸਤਾਨ 'ਚ ਗਾਉਂਦੇ ਫਿਰਦੇ ਸੀ ਗੀਤ, ਉਹਨਾਂ ਦੀ ਤਰਜ਼ ਦੇ ਉੱਤੇ ਹੈਡਿੰਗ 'ਤੇ ਵੀ ਇਹੋ ਲਿਖਿਆ। ਅਸੀਂ ਇਹ ਸ਼ਬਦ ਪੜ੍ਹ ਚੁੱਕੇ ਹਾਂ ਪਿੱਛੇ, ਹੁਣ ਅਸੀਂ ਆਹ ਲਾਈਨ ਤੱਕ ਪਹੁੰਚ ਚੁੱਕੇ ਹਾਂ। ਹਰ ਧਿਆਵੋ ਸਾਸੇ ਗਿਰਾਸੇ, ਹਰ ਧਿਆਵੋ ਸਾਸੇ ਗਿਰਾਸੇ, ਧਿਆਵੋ ਸਾਸੇ ਗਿਰਾਸੇ, मने प्रीत लगी तेना गुरमुखा, मने प्रीत लगी तेना गुरमुखा, हर नाम जीना रह रासे, हर नाम जीना रह रासे, हर नाम जीना रह रासे। ਰਹਾਉ ਲਾਇਆ ਨਾਲ ਇਸ ਗੀਤ ਦੇ ਵਿੱਚ। ਜਿਹੜੇ ਗੁਰਮੁਖ ਰਾਸਤੇ ਤੇ ਚੱਲਦੇ ਹਨ ਗੁਰਸਿੱਖ, ਜਿੱਦਾਂ ਬਾਣੀ ਦੱਸਦੀ ਹੈ ਉਸ ਰਾਸਤੇ ਤੇ ਨਾਮ ਜਪਦੇ ਹੈ, ਬੰਦਗੀ ਕਰਦੇ ਹੈ, ਉਹਨਾਂ ਦੀ ਮਨ ਦੀ ਪ੍ਰੀਤ ਲੱਗ ਜਾਂਦੀ ਹੈ, ਪਰ ਕਿਸੇ ਇਨਸਾਨ ਨਾਲ ਨਹੀਂ ਲੱਗਦੀ, ਨਾ ਕਿਸੇ ਦੇਵਤੇ ਨਾਲ ਲੱਗਦੀ ਹੈ, ਨਾ ਦੇਵੀ ਨਾਲ ਲੱਗਦੀ ਹੈ ਪ੍ਰੀਤ।
ਉਹ ਸਿੱਧੇ ਹੀ ਨਾਮ ਨਾਲ ਉਹਨਾਂ ਦੀ ਪ੍ਰੀਤ ਲੱਗ ਕੇ ਤੇ ਇੱਕ ਦੇ ਆਸ਼ਿਕ ਹੋ ਜਾਂਦੇ ਹੈ। ਉਹ ਸਿਵਾਏ ਅਕਾਲ ਪੁਰਖ ਤੋਂ ਕਿਸੇ ਨੂੰ ਧਿਆਨ 'ਚ ਨਹੀਂ ਰੱਖਦੇ ਔਰ ਉਹਦੇ ਨਾਮ ਦੇ ਨਾਲ ਪ੍ਰੀਤ ਲਾਉਂਦੇ ਹੈ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਉਹ ਕੀ ਹੈ, ਸਾਨੂੰ ਨਾਮ ਉਹਦੇ ਦਾ ਪਤਾ ਹੈ। ਤੋ ਮਨੇ ਪ੍ਰੀਤ ਲੱਗੀ ਤਿਨਾਂ ਗੁਰਮੁਖਾਂ, ਔਰ ਉਹਨਾਂ ਦੀ ਰਹਿ ਰਾਸ ਫਿਰ ਕੋਈ ਪਾਠ ਨਹੀਂ ਹੁੰਦਾ। ਜਿਹੜਾ ਲਫ਼ਜ਼ ਬਾਣੀ 'ਚ ਬਾਰ-ਬਾਰ ਰਹਿ ਰਾਸ ਆ ਰਿਹਾ ਔਰ ਅਸੀਂ ਬੜੇ ਪਿਆਰ ਦੇ ਨਾਲ ਬਾਣੀ ਨੂੰ ਸਤਿਕਾਰ ਕਰਦੇ ਹੋਏ ਉਹਦਾ ਨਾਂ ਰੱਖ ਦਿੱਤਾ ਰਹਿ ਰਾਸ ਸਾਹਿਬ ਦਾ ਪਾਠ। ਪਰ ਇੱਕ ਹੈਡਨ ਕਿਤੇ ਨਹੀਂ ਹੈ। ਬਾਣੀ ਦਾ ਰਹਿ ਰਾਸ ਜਿਹੜੀ ਹੈ ਉਹ ਕਹਿੰਦਾ ਵੀ ਤੂੰ ਰਹਿ ਰਾਸ ਮੈਨੇ ਬੈਂਟ ਆਫ ਮਾਈਂਡ, ਤੂੰ ਆਪਣਾ ਬੈਂਟ ਆਫ ਮਾਈਂਡ ਆਪਣੀ ਤੇਰੀ ਸਭ ਤੋਂ ਪ੍ਰੀਤ ਜ਼ਿਆਦਾ ਔਰ ਕਿੱਧਰ ਲਾਉਣਾ ਹੈ, ਤੂੰ ਆਪਣੀਆਂ ਮਨ ਦੀਆਂ ਵਾਗਾਂ ਕਿਹਦੇ ਵੱਲ ਮੋੜਨੀਆਂ ਹੈ, ਤੂੰ ਨਾਮ ਜਪਣ ਨਾਲ ਮੋੜਨਾ ਹੈ। ਇਸ ਕਰਕੇ ਰਹਿ ਰਾਸ ਉਹ ਹੈ ਜਿਹੜਾ ਨਾਮ ਜਪਣ ਦੀ ਰਾਸ 'ਚ ਆ ਜਾਵੇ, ਉਹਦੀ ਮਨ ਦੀ ਪ੍ਰੀਤ ਲੱਗ ਜਾਂਦੀ ਹੈ। ਔਰ ਇਹੋ ਹੀ ਗੁਰਮੁਖ ਸਿਸਟਮ ਹੈ। ਗੁਰਮੁਖਾਂ ਔਰ ਹਰ ਧਿਆਵੋ ਸਾਸ ਗਰਾਸੇ, ਰਹਾਉ ਲਾਤਾ ਵੀ ਜਿਹੜੀ ਧਿਆਨ ਦੀ ਅਵਸਥਾ ਤੁਸੀਂ ਜਾਣੀ ਹੈ, ਪਹਿਲੀ ਜਪਣ ਦੀ ਅਵਸਥਾ ਹੈ, ਫਿਰ ਧਿਆਉਣ ਦੀ ਅਵਸਥਾ ਹੈ, ਫਿਰ ਸਿਮਰਨ ਦੀ ਅਵਸਥਾ ਹੈ, ਫਿਰ ਉਹਦੇ ਦਰ ਦੀ ਅਵਸਥਾ ਸੰਭਾਲਣ ਦੀ ਹੈ, ਫਿਰ ਤਾੜੀ ਦੀ ਅਵਸਥਾ ਹੈ, ਫਿਰ ਲਿਵ ਦੀ ਅਵਸਥਾ ਹੈ। ਪਤਾ ਨਹੀਂ ਕਿੰਨੀਆਂ ਕੁ ਗਾਂ ਰੱਬ ਨਾਲ ਮਿਲਣ ਜੋਗੀਆਂ ਸਪਿਰਿਚੁਅਲ ਸਟੇਜਾਂ 'ਤੇ ਚੜ੍ਹਦਾ ਜਾਂਦਾ ਹੈ। ਪਰ ਸਾਸ ਗਰਾਸ ਦਾ ਅਭਿਆਸ ਰਿਕਮੈਂਡਡ ਹੈ, ਕਿਉਂਕਿ ਸਾਹ ਤੇ ਆਉਣਾ ਹੀ ਹੈ। ਇਹਦੇ ਨਾਲ ਤੂੰ ਧਿਆਈ ਚੱਲ, ਉਹਨੂੰ ਧਿਆਨ 'ਚ ਰੱਖ ਔਰ ਜਪ ਜਪ ਕੇ ਪ੍ਰੀਤ ਲੱਗਦੀ ਹੈ ਉਹਦੇ ਨਾਲ। ਜਪਣ ਤੋਂ ਬਾਅਦ ਧਿਆਉਣਾ ਆਉਂਦਾ ਹੈ। ਜਨ ਨਾਨਕ ਨਾਮ ਧਿਆਇਆ, ਗੁਰ ਬਚਨੇ ਜਪਿਓ ਮਨੇ ਚੀ, ਤੇ ਮਨ 'ਚ ਟਿਕ ਲਾ ਕੇ ਜਦੋਂ ਜਪ ਕਰ ਦਿੰਦੇ ਹੈ ਬੰਦੇ ਦਾ, ਉਹਨੂੰ ਥੋੜ੍ਹਾ ਜਿਹਾ ਸਵਾਦ ਆਉਣਾ ਸ਼ੁਰੂ ਹੋ ਜਾਂਦਾ। ਉਹਦਾ ਮਨ ਬਾਹਰ ਨਹੀਂ ਜਾਂਦੇ, ਫੁਰਨੇ ਬਾਹਰ ਨਹੀਂ ਜਾਂਦੇ, ਅਤੇ ਉਹਦੀ ਪ੍ਰੀਤ ਅੰਦਰ ਉਸ ਜਪਣ ਨਾਲ ਹੀ ਲੱਗ ਜਾਂਦੀ ਹੈ। ਤੋ ਉਹ ਫਿਰ ਧਿਆਉਣਾ ਹੋ ਜਾਂਦਾ ਹੈ। ਐਸ ਅਖੀਰਲੀ ਅਵਸਥਾ 'ਤੇ ਰਹਾਉ ਲਾਉਂਦੇ ਹੈ ਮਹਾਰਾਜ। ਹਰ ਧਿਆਵ ਹੋ ਸਾਸੇ ਗਿਰਾਸੇ, ਹਰ ਧਿਆਵ ਸਾਸੇ ਗਿਰਾਸੇ, ਆਵੋ ਸਾਸੇ ਗਿਰਾਸੇ, ਹਰ ਧਿਆਵ ਸਾਸੇ ਗਿਰਾਸੇ। ਮਨੇ ਪ੍ਰੀਤੇ ਲਗੀ ਤਿਨਾ ਗੁਰਮੁਖਾਂ, ਮਨੇ ਪ੍ਰੀਤੇ ਲਗੀ ਤਿਨਾ ਗੁਰਮੁਖਾਂ, ਹਰ ਨਾਮ ਜਿਨਾ ਰਹਿ ਰਾਸੇ, ਹਰ ਨਾਮ ਜਿਨਾ ਰਹਿ ਰਾਸੇ, ਹਰ ਨਾਮ ਜਿਨਾ ਰਹਿ ਰਾਸੇ, ਹਰ ਨਾਮ ਜਿਨਾ ਰਹਿ ਰਾਸੇ। ਮਨੇ ਪ੍ਰੀਤੇ ਲਗੀ ਤਿਨਾ ਗੁਰਮੁਖਾਂ, ਮਨੇ ਪ੍ਰੀਤੇ ਲਗੀ ਤਿਨਾ ਗੁਰਮੁਖਾਂ, ਗੁਰਸਿੱਖਾਂ ਮਨ ਹਰ ਪ੍ਰੀਤ ਹੈ, ਹਰ ਨਾਮ ਹਰ ਤੇਰੀ ਰਾਮ ਰਾਜੇ, ਗੁਰਸਿੱਖਾਂ ਮਨ ਹਰ ਪ੍ਰੀਤ ਹੈ, ਹਰ ਨਾਮ ਹਰ ਤੇਰੀ ਰਾਮ ਰਾਜੇ, ਕਰ ਸੇਵੇ ਪੂਰਾ ਸਤੇ ਗੁਰੂ, ਪੂਰਾ ਸਤੇ ਗੁਰੂ, ਭੁੱਖ ਜਲਾਏ ਮੈਂ ਮੇਰੀ, ਇਹ ਭੁੱਖ ਲਹੇ ਮੇਰੀ, ਗੁਰਸਿੱਖਾਂ ਕੀ ਭੁੱਖ ਸਭ ਗਈ, ਬਿਨ ਪਿੱਛੇ ਹੋਰ ਖਾਏ ਕਨੇ,
ਨਾਨਕ ਸਤਿਗੁਰ ਜਨ ਨਾਨਕ ਹਰ ਪੁੰਨ ਬੀਜਿਆ ਫਿਰ ਤੋਤ ਨਾ ਹਾਵੇ ਹਰ ਪੁੰਨ ਕੇ ਫਿਰ ਤੋਤ ਨਾ ਆਵੇ ਹਰ ਪੁੰਨ ਕੇ। ਗੁਰਸਿੱਖਾਂ ਮਨੇ ਹਰ ਪ੍ਰੀਤ ਹੈ, ਹਰ ਨਾਮ ਹਰ ਤੇਰੀ ਰਾਮ ਰਾਜ। ਗੁਰਸਿੱਖਾਂ ਕੀ ਭੁੱਖ ਸਭ ਗਈ। ਇਹ ਭੁੱਖ ਕੀ ਹੋਈ? ਜਦੋਂ ਬੰਦਾ ਨਾਮ ਜਪਣ ਲੱਗਦਾ ਹੈ ਉਦੋਂ ਸਭ ਤੋਂ ਪਹਿਲਾਂ ਜਿਹੜੀ ਸਭ ਤੋਂ ਵੱਡੀ ਬੇਕਰਾਰ ਡਰਾਉਣੀ ਭੁੱਖ ਹੈ ਨਾ, ਰੂਪ ਦੀ, ਸੁੰਦਰਤਾ ਦੀ, ਬਿਊਟੀ ਦੀ, ਉਹਦਾ ਮਨ ਇੰਨਾ ਭੁੱਖਾ ਹੋ ਜਾਂਦਾ, ਬਾਰ ਬਾਰ ਬਿਊਟੀ ਔਰ ਇੰਨੀ ਬਿਊਟੀ ਦੀ ਖਿੱਚ ਹੈ। ਰੂਪੀ ਭੁੱਖ ਨਾ ਉਤਰੇ। ਬਾਬਾ ਨਾਨਕ ਕਹਿੰਦਾ ਇਹ ਮਨ ਦੀਆਂ ਭੁੱਖਾਂ ਹੈ, ਦਿਸਣੀਆਂ ਨਹੀਂ ਹੈ। ਸਪਿਰਚੁਅਲ ਚੀਜ਼ਾਂ ਮਹਿਸੂਸ ਤੁਹਾਨੂੰ ਹੋਣੀਆਂ ਹੈ। ਰੂਪੀ ਭੁੱਖ ਗੁਰੂ ਬਾਬਾ ਨਾਨਕ ਕਹਿੰਦਾ ਜਿੰਨਾ ਮਰਜ਼ੀ ਰੂਪ ਦੇਖੀ ਚੱਲ, ਸੋਹਣੀ ਤੋਂ ਸੋਹਣੀ ਇਸਤਰੀ ਦੇਖੀ ਚੱਲ, ਹੋਰ ਜਿੰਨਾ ਸਗਾ ਤੂੰ ਇਹ ਜਿਹੜੀ ਤੇਰੀ ਅੰਦਰ ਅੱਗ ਬਲੀ ਹੈ ਇਹ ਪਾਣੀ ਨਾ ਬੁਝਾਉਣੀ ਸੀ, ਤੂੰ ਹੋਰ ਲੱਕੜਾਂ ਸੁੱਟ ਰਿਹਾ, ਇਹ ਹੋਰ ਭਾਂਬੜ ਵੜ ਜਾ। ਜੂ ਜੂ ਦੇਖੇਗਾ ਹੋਰ ਤੇਰੀ ਭੁੱਖ, ਮਨ ਹੋਰ ਭੁੱਖਾ ਹੋਏਗਾ। ਰੂਪੀ ਭੁੱਖ ਨਾ ਉਤਰੀ, ਜਾ ਦੇਖਾਂ ਤਾਂ ਭੁੱਖ ਜੇਤੇ ਰਸ ਸਰੀਰ ਕੇ तेते लगे दुख। तू तो दुखी दुनिया सहेड़ी गई, जाने ते लगा दुख। तू तो दुनिया जान के आ दुख ले ले। दुखी दुनिया सहेड़ी गई, जाने ते लगे दुख। रूपी भुख ना उतरी, जा देखा ता भुख। जेते रस शरीर के तेते लगे दुख। नानक सच्चे नाम बिन किसे ना लथी भुख। आ जिहड़ी भुख है ना, मन प्रीत लगी तिना गुरमुखा। हर नाम जी नाम रहसे। गुर सिखा मने हर प्रीत है। हर नाम हर तेरी राम राजे। कर सेवे पूरा सत्य गुरु भुख जाय लह मेरी भुख जाय लह मेरी। मेरी दा मतलब नहीं भी मेरी कि मेरी है, मैं मेरी हमें दी भुख बड़ी हुंदी है भी मैं ही मेरा, मेरा सब कुछ है, सब कुछ मेरी मेरा। तेरा कोई नहीं कहता। नाम जदों लग जाता है उदों आ भुख बंद हो जाती भी आ भी चीज़ मेरी, आ भी चीज़ मेरी, आ भी चीज़ मेरी। जदों ये नाम ना लग जाइदा वो कहते नहीं मेरा कुछ नहीं, सब कुछ तेरा है। भुख जाए लै मेरी बाणी बहुत डूंगी है। ਅਸੀਂ ਇਹਨੂੰ ਛੱਕਿਆਂ ਨੂੰ ਰਾਸਾ ਦੀ ਵਾਰ 'ਚ ਰੋਜ਼ ਪੜ੍ਹੀ ਜਾਂਦੇ, ਕਦੀ ਦੇਖਦੇ ਲੋਕ ਕਹਿੰਦੇ ਕੀ ਇਹ ਬਾਣੀ। ਮਨੇ ਪ੍ਰੀਤ ਲੱਗੀ ਤੇ ਨਾ ਗੁਰਮੁਖਾਂ। ਗੁਰਸਿੱਖਾਂ ਮਾਨ ਹਰ ਪ੍ਰੀਤ ਹੈ। ਹਰ ਨਾਮ ਹਰ ਤੇਰੀ ਰਾਮ ਰਾਜੇ। ਕਰ ਸੇਵੇ ਪੂਰਾ ਸਤਿਗੁਰੂ। ਪੂਰਾ ਸਤਿਗੁਰੂ ਵੀ ਨਾਮ ਜਪ ਜਪ ਕੇ ਸੇਵਿਆ ਜਾਂਦਾ ਹੈ। ਕਰ ਪੂਰਾ ਪੂਰਾ ਸਤਿਗੁਰੂ। ਭੁੱਖ ਜਾਏ ਲੈ ਮੇਰੀ। ਗੁਰਸਿੱਖਾਂ ਕੀ ਭੁੱਖ ਸਭ ਗਈ। ਔਰ ਬਲਕਿ जो मन चित तुद ध्यान दे से विरले थोड़े। जो मन चित एक रात दे तिन की बरकत खाए असंख करोड़े। इन्नी बरकत उस गुरसिख दे नाम जपण च हुंदी। तो भुख जाए लै मेरी तेना पिछे होर खाए कनेरी। ऐसा गुरु नानक, ऐसा बाबा नानक की सिफत लिखते गुरु अमर रामदास साहब छक्के कहते वो जिहड़ा जन नानक है ना, मैं नहीं, मैं तो उहदा पानी भरन वाला। जन नानक हर पुन बीजिया फिर तोट ना आवे हर पुन कीरी। इन्नी गुरसिखां लई कमाई कर गया गुरु बाबा नानक। इन्ना पुन इकट्ठा कर गया, कहते उन्होंने आ बाहरले पुन दान करने की लोड़ नहीं है। नाम जपो सब कुछ पिछे आ गया। तो जन नानक हर पुन बीजिया, ऐसा उन्हें कमाई की गा ऐस अपने परिवार सिख नूं। और जन नानक हर पुन बीजिया फिर तोट ना आवे हर पुन केरी। जुगां जुगां च पुन दान ते कर्मकांड बड़ा मशहूर सी।
ਬਾਬੇ ਨੇ ਕਿਹਾ ਨਾਮ ਜਪੋ, ਸਭ ਕੁਝ ਇਹਦੇ ਵਿੱਚ ਹੈ। ਇਸ ਕਰਕੇ ਮਨ ਪ੍ਰੀਤ ਲਗੀ ਤੇ ਨਾ ਗੁਰਮੁਖਾਂ ਹਰ ਹਾਜ਼ਰ। ਸਿੱਖੀ ਦੀ ਐਸੀ ਸਿੱਖੀ ਦੀ ਐਸੀ ਤਰਸਯੋਗ ਹਾਲਤ ਹੈ, ਗਿਆਨ ਨਹੀਂ ਲੈਣਾ, ਲੇਕਿਨ ਜੋ ਚਲਦੀ ਆ ਰਹੀ ਚੀਜ਼, ਇੰਨੀ ਖੰਡ ਪਾਠਾਂ ਦੀ ਭੁੱਖ, ਇੰਨੀ ਬਾਣੀ ਪੜ੍ਹਨ ਦੀ ਭੁੱਖ, ਪਾਠ ਦੀ ਭੁੱਖ, ਸਾਰੀ ਭੁੱਖ, ਔਰ ਇੰਨਾ ਇਹ ਚੀਜ਼ ਵਧ ਰਹੀ ਹੈ ਦਿਨੋਂ ਦਿਨ। ਕਸੂਰ ਕਿਸੇ ਦਾ ਨਹੀਂ, ਬਾਣੀ ਦੇ ਸਤਿਕਾਰ ਜਦੋਂ ਸਭ ਕੁਛ ਕਰਦੇ ਹੈ। ਜੇ ਕਿਸੇ ਨੇ ਇੱਕ ਵਾਰੀ ਮਹਾਰਥੀ ਨਾਲ ਕਿਤਾਬ 'ਚ ਲਿਖਤਾ ਜੀ ਬਾਣੀ 'ਚ ਅੰਮ੍ਰਿਤ ਕਲਾ ਹੈ, ਅਸੀਂ ਮੰਨਦੇ ਹਾਂ ਬਾਣੀ ਬਹੁਤ ਉੱਚੀ ਚੀਜ਼ ਹੈ, ਲੇਕਿਨ ਬਾਣੀ 'ਚ ਗਿਆਨ ਕਲਾ ਹੈ। ਅੰਮ੍ਰਿਤ ਕਲਾ ਪਰਮੇਸ਼ਰ ਦੇ ਨਾਮ 'ਚ ਹੈ, ਪਾਰਸ ਕਲਾ, ਉਹਦੇ ਨਾਲ ਸਭ ਕੁਛ ਹੋਣਾ। ਇੱਥੇ ਮਹਾਰਾਜ ਲਿਖ ਸਕਦੇ ਸੀ, ਜਿੱਦਾਂ ਅੱਜ ਕੱਲ੍ਹ ਸਿੱਖੀ ਬਾਣੀ ਨੂੰ ਪਿਆਰ ਕਰ ਲਈ, ਪੜ੍ਹੀ ਜਾ ਰਹੀ, ਸੁਖਮਨੀ ਸਾਹਿਬ ਪਾਠ ਸਭ ਕੁਛ, ਉਹ ਲਿਖ ਸਕਦੇ ਮਨੇ ਪ੍ਰੀਤ ਲੱਗੀ ਤੇ ਨਾ ਗੁਰਮੁਖਾਂ ਹਰ ਪਾਠ ਜਿਨ੍ਹਾਂ ਦਾ ਰਾਸ। ਇਹ ਕਿਤੇ ਚੀਜ਼ ਪਾਓਗੇ ਨਹੀਂ। ਇੱਕ ਵੀ ਤੁਕ ਪਾਠ ਦੇ ਰਿਕਮੈਂਡੇਸ਼ਨ ਲਈ ਲਿਆ ਦਿਓ, ਅਸੀਂ ਤੁਹਾਨੂੰ ਸ਼ਾਬਾਸ਼ ਕਹਾਂਗੇ। ਭੁੱਲੀ ਕੌਮ ਬਚ ਜਾਏਗੀ ਸਾਰੀ, ਲੇਕਿਨ ਪਾਠ ਦੇ ਅਗੇਂਸਟ 23 ਤੁਕਾਂ ਵੀ ਇਹ ਬ੍ਰਹਮਣਵਾਦ ਹੈ। ਪਾਠ ਅਸੀਂ ਕਰਨਾ, ਅਸੀਂ ਸਮਝ ਕੇ ਬਾਣੀ ਗਾ ਰਹੇ ਹਾਂ, ਅੱਜ ਪਿਆਰ ਨਾਲ ਪਾਠ ਕਰ ਰਹੇ ਹਾਂ। ਖੰਡ ਪਾਠ ਵੀ ਕਰੋ, ਆਪ ਕਰੋ, ਸਾਰਾ ਪਰਿਵਾਰ ਕਰੋ, ਔਰ 2 ਸਾਲ ਬਾਅਦ ਭੋਗ ਪਾਓ ਭਾਵੇਂ। ਦੇਖੋ ਬਾਣੀ 'ਚ ਕਈ ਚੀਜ਼ਾਂ ਲੱਭਣਗੀਆਂ, ਇਹ ਜਿਹੜੀਆਂ ਚੀਜ਼ਾਂ ਸਾਡੇ ਗਲ, ਇਹ ਬ੍ਰਹਮਣਵਾਦ ਹੈ, ਇਹਨਾਂ ਨੂੰ ਕੋਈ ਕੱਟਦਾ ਨਹੀਂ ਹੈ, ਕਿਉਂਕਿ ਜਿਹੜਾ ਟੋਲਾ ਇਹਨਾਂ 'ਤੇ ਹਾਵੀ ਆ ਉਹਨਾਂ ਦਾ ਰੁਜ਼ਗਾਰ ਬੰਦ ਹੋ ਜਾਏਗਾ ਸਾਰੀ। ਲੇਕਿਨ ਕੌਮ 'ਚ ਰੈਵੋਲਿਊਸ਼ਨ ਆਉਣਾ ਹੈ। ਰੈਵੋਲਿਊਸ਼ਨ ਇਹ ਬਾਕੀ ਕੌਮਾਂ 'ਚ ਹੋ ਰਿਹਾ ਸੀ, ਹਿੰਦੂਆਂ 'ਚ ਗੀਤਾ ਦਾ ਪਾਠ, ਫਲਾਨਾ ਪਾਠ, ਸਾਰੇ ਜਿੰਨੇ ਸਾਰੇ ਉੱਧਰ ਹੋ ਰਹੇ ਸੀ ਪਾਠ। ਮਹਾਰਾਜ ਨੇ ਉਹਨਾਂ ਨੂੰ ਟੋਕ ਲਾ ਕੇ ਇੱਧਰ ਲਾਈ ਵੀ ਨਾ ਮਨ ਲੱਗੋ, ਜਿਹੜਾ ਪਾਠ ਹੈ ਇਹ ਸਿੱਖੀ 'ਚ ਰਿਕਮੈਂਡਡ ਨਹੀਂ ਹੈ। ਅਸੀਂ ਹੌਲੀ ਹੌਲੀ ਮੀਲ ਪੱਥਰ ਗੱਡ ਰਹੇ ਹਾਂ ਇਸ ਰਾਸਤੇ 'ਚ ਵੀ ਧਿਆਨ ਨਾਲ ਤੁਰੋ। ਸਿੱਖੀ ਕਈਆਂ ਦਾ ਭਲਾ ਹੋ ਜੂ, ਕਸੂਰ ਕਿਸੇ ਦਾ ਨਹੀਂ ਹੈ, ਉਹਦਾ ਕੋਈ ਪਾਣਾ ਐਸਾ ਹੈ। ਬਾਣੀ ਨੂੰ ਜੇ ਹੁਣ ਗੀਤ ਗਾ ਰਹੇ ਹਾਂ ਅਸੀਂ ਪਿਆਰ ਨਾਲ, ਸਾਰਾ ਇਹ 'ਚ ਕਿੰਨੀਆਂ ਚੀਜ਼ਾਂ ਨਿਕਲ ਰਹੀਆਂ, ਅਸੀਂ ਗਾ ਕੇ ਪੜ੍ਹ ਕੇ ਛੇਤੀ ਨਾਲ ਵੀ ਮੁਕਾ ਸਕਦੇ ਹਾਂ, ਲੇਕਿਨ ਇੱਕ ਤੋਂ ਕਿੰਨੀ ਕਰੋੜਾਂ ਕਹਿੰਦੇ ਨਾ, 63 ਓਲੇ ਲਾਖ ਛਪਾਇਆ, ਇੱਕ ਤੀਲੇ ਦੇ ਪਿੱਛੇ ਲੱਖਾਂ ਲੱਖ ਦਾਨਾ ਤੋਲਿਆ ਲੁਕਿਆ ਪਿਆ ਹੈ। 63 ਓਲੇ ਲਾਖ ਛਪਾਇਆ, ਇੱਕ ਇੱਕ ਅੱਖਰ, ਇੱਕ ਇੱਕ ਪੇਜ, ਇੱਕ ਲਾਈਨ ਕਾਟ ਕਰ ਗਈ ਉਸੇ ਵੇਲੇ, ਕਿਉਂਕਿ ਅਸੀਂ ਬਾਣੀ ਨਾਲ ਪਿਆਰ ਹੀ ਤਦੇ ਪਾਈਦਾ ਹੈ ਵੀ ਅਸੀਂ ਇਹਦੇ ਆਖੇ ਲੱਗਣਾ ਹੈ। ਮਨ ਪ੍ਰੀਤ ਲਗੀ ਹਰਿ ਨਾਮ ਜੀ ਨਾਮ ਰਹਿ ਰਾਸੇ, ਹਰ ਨਾਮ ਜੀ ਨਾਮ ਰਹਿ ਰਾਸੇ। ਅਸੀਂ ਸ਼ਬਦ ਹੁਣ ਜਿੱਥੇ ਛੱਡਿਆ ਸੀ ਅਸੀਂ ਉੱਥੋਂ ਚੱਕਦੇ ਹਾਂ। ਜਿਨ ਕੋ ਪੂਰਬੇ ਲਿਖਿਆ, ਜਿਨ ਕੋ ਪੂਰਬੇ ਲਿਖਿਆ, ਸੇ ਆਏ ਮਿਲੇ ਗੁਰ ਪਾਸੇ। ਗੁਰ ਪਾਸ ਛੇਤੀ ਨਾਲ ਨਹੀਂ ਪੜ੍ਹ ਕੇ ਗਾਂਹ ਚਲੇ ਜਾਣਾ। ਪਾਸੇ ਦਾ ਮਤਲਬ ਹੈ ਗੁਰੂ ਦੇ ਲਾਗੇ ਜਾ ਕੇ ਪਾਸ ਉਹਦੇ ਬੈਠ ਜਾਂਦੇ ਹੈ। ਜਿਨ ਕੋ ਪੂਰਬੇ ਲਿਖਿਆ, ਹੁਣ ਇਹ ਗੁਰੂ ਸਾਡੀ ਦੇਹ ਨਹੀਂ ਹੈ। ਅਸੀਂ ਸਤਿਕਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ 'ਚ ਜਾ ਕੇ ਸੇਫ ਮਹਿਸੂਸ ਕਰਦੇ ਹਾਂ, ਉਹਦੇ ਲਾਗੇ ਬੈਠਦੇ ਹਾਂ, ਸਤਿਕਾਰ ਹੈ। ਉਹਦੇ ਬਗੈਰ ਕੋਈ ਹੋਰ ਉਹਦੀ ਥਾਂ ਮੱਲਣ ਵਾਲਾ ਹੈ ਨਹੀਂ, ਕੋਈ ਇਨਸਾਨ ਨਹੀਂ ਬੈਠ ਸਕਦਾ ਇਸ ਗੱਦੀ 'ਤੇ। ਗੁਰੂ ਗ੍ਰੰਥ ਸਾਹਿਬ ਗਿਆਨ ਗੁਰੂ ਹੈ, ਦਸਮ ਪਾਤਸ਼ਾਹ ਨੇ ਕਿਹਾ। ਉਹਦੇ ਲਾਗੇ ਅਸੀਂ ਬੈਠ ਕੇ, ਪਰ ਅਸੀਂ ਉਹਦੇ ਫਾੜੇ ਨਹੀਂ ਪਾ ਸਕਦੇ ਜੋ ਇਸ ਬਾਣੀ 'ਚ ਲਿਖੇ ਹੈ। ਅਸੀਂ ਉਸ ਗੁਰੂ ਦੇ ਪਾਸ ਬਹਿਣਾ ਜਿਹੜਾ ਸਾਡਾ ਅੰਦਰ ਗੁਰੂ ਹੈ, ਉਹਦੇ ਪਾਸੇ ਬਹਿਣਾ ਹੈ। ਜਿਸ ਵੇਲੇ ਅਸੀਂ ਇੱਕ ਲੌਜਿਕ ਦਿੰਦੇ ਹਾਂ, ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਨਹੀਂ ਸੀ ਬਣਿਆ, ਪਹਿਲੀ ਪਾਤਸ਼ਾਹੀਆਂ ਵੇਲੇ ਸਿੱਖ ਕਿਹਦੇ ਪਾਸ ਜਾ ਕੇ ਬੈਠਦੇ ਸੀ? ਹੁਣ ਜੋ ਅਸੀਂ ਉਹ ਅਦਬਲੀ ਹੈ, ਸੰਗਤ 'ਚ ਜਾਣਾ, ਅਸੀਂ ਬੈਠਣਾ ਹੈ, ਸਭ ਕੁਛ ਹੋਣਾ ਉਸ ਤਰ੍ਹਾਂ ਹੀ ਹੋਣਾ, ਲੇਕਿਨ ਅਸੀਂ ਆਪਣੇ ਮਨ ਦੀ ਜਿਹੜੀ ਮਨ ਦੀ ਰਾਸ ਆ ਉਹਨੂੰ ਬਦਲਣਾ ਵੀ ਜਿਹੜਾ ਬਾਣੀ 'ਚ ਪਾਸ ਲਿਖਿਆ ਕੋਈ ਹੋਰ ਚੀਜ਼ ਹੈ। ਅਸੀਂ ਹੁਣ ਪਾਸੇ ਗੁਰੂ ਦੇ ਨਾਲ ਪਾਸ ਹੋ ਕੇ ਬਹਿਣਾ, ਅਸੀਂ ਉਹਨੂੰ ਖੋਲਾਂਗੇ ਅੱਜ।
जिनको पूर्वे लिखिया से आए मिले गुर पासे। ਉਹ ਆਣ ਕੇ ਗੁਰੂ ਦੇ ਵਿੱਚ ਹੀ ਮਿਲ ਜਾਂਦੇ, ਪਰ ਉਹਦੇ ਪਾਸ ਆਣ ਕੇ ਉਹਦੇ ਪਾਸੇ ਕੀ ਆਉਣਾ। ਅਸੀਂ ਗੁਰੂ ਬਾਬੇ ਨਾਨਕ ਦਾ ਤੁਕ ਲੈਨੇ ਹਾਂ ਜੋ ਪਾਸ ਨੂੰ ਖੋਲਦੀ ਹੈ। ਮੰਝ ਕੁਚੱਜੀ ਕੁਚੱਜੀ ਮੰਝ ਕੁਚੱਜੀ ਕੁਚੱਜੀ ਮੰਝ ਕੁਚੱਜੀ ਆਮਾਵਨ ਢੋਸੜੇ ਹਾਂ ਕਿਉਂ ਸਹਰਾਵਨ ਜਾਂਗਿਓ। ਮਨ ਬਾਬਾ ਨਾਨਕ ਕਹਿੰਦਾ ਮੈਂ ਕੁਚੱਜੇ ਕੰਮ ਕਰ ਰਿਹਾ, ਮੈਂ ਉਸ ਰੱਬ ਨੂੰ ਕਿੱਦਾਂ ਰਾਪ ਸਕਦਾ, ਕਿੱਦਾਂ ਆਪਣੇ ਅੰਦਰ ਲਿਆ ਸਕਦਾ। ਮੈਂ ਕੁਚੱਜੇ ਕੰਮ ਕਰ ਰਿਹਾ ਹਾਂ ਔਰ ਉਸ ਸਹੁੰ ਦੇ ਨਾਲ ਮੈਂ ਕਿੱਦਾਂ ਜਾ ਕੇ ਰਾਵਾਂ। ਉਹਦੇ ਪਾਸ ਕੀ ਬੈਠਣਾ, ਉਹਦੇ ਵਿੱਚ ਹੀ ਮੈਂ ਵੜ ਜਾਵਾਂ ਔਰ ਨਾਲ ਹੀ ਉਹ ਮੇਰੇ ਨਾਲ ਹੀ ਮਿਲ ਜਾਵੇ। ਉਹ ਮੈਂ ਕਿਸ ਤਰ੍ਹਾਂ ਕਰਾਂ, ਪਰ ਮੈਂ ਕੁਚੱਜੇ ਕੰਮ ਕਰ ਰਿਹਾ। ਅੱਗੇ 2 ਲਾਈਨਾਂ ਦਾਂਗੇ ਕੁਚੱਜੇ ਕਿਹੜਾ ਕੰਮ ਕਰ ਰਹੇ। ਜਿਹੜੀ ਹਿੰਦੂ ਕਰ ਰਹੇ ਸੀ ਉਹ ਸਿੱਖੀ ਹੁਣ ਸਭ ਤੋਂ ਜ਼ਿਆਦਾ ਆਪ ਕਰ ਰਹੀ ਹੈ। ਮੰਝ ਕੁਚੱਜੀ ਕੁਚੱਜੀ ਮੰਝ ਕੁਚੱਜੀ ਆਮਾਵਨ ਢੋਸੜੇ। ਮੇਰੇ 'ਚ ਬਹੁਤ ਔਗਣ ਹੈ। ਢੋਸੜੇ ਪੋਠੋਹਾਰੀ ਬੋਲੀ ਦੇ ਵਿੱਚ ਮਹਾਰਾਜ ਨੇ ਸ਼ਬਦ ਦੇ ਰਹੇ ਨੇ। ਆਮਾਵਨ ਢੋਸੜੇ ਹਾਂ ਕਿਉਂ ਸਹਰਾਵਨ ਜਾਉਂਗਿਓ। ਮੰਦਰ ਮਿੱਟੀ ਸੰਦੜੇ हे मंदिर मिट्टी संदड़े पत्थर की तेरा से जियो। इन्हीं टोली फुलियस इन्हीं टोली फुलियस हाँ कांत न बैठी पासे जियो। आ गया पासे। बाबा नानक कहता एडे ਵੱਡੇ ਮਿੱਟੀ ਦੇ ਮੰਦਰ ਬਣਾਏ ਜਾਂਦੇ ਹੈ ਔਰ ਉਹਨਾਂ ਲਈ ਇਹਨਾਂ ਦਾ ਚਿੱਤ ਲੱਗਾ। एडे ਵੱਡੇ ਮੰਦਰ ਸਾਡੇ ਐਡੇ ਵੱਡੇ ਗੁਰਦੁਆਰੇ, ਸਾਰੀ ਕੌਮ ਨੂੰ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਬੜੀਆਂ ਹਰ ਪਿੰਡਾਂ 'ਚ ਥਾਵਾਂ। ਉਹ ਕਹਿੰਦੇ ਉਹ ਇਹ ਮਿੱਟੀ ਦੇ ਬਣੇ ਆ, ਤੁਸੀਂ ਮਿੱਟੀ ਨਾਲ ਪਿਆਰ ਲਾ ਰਹੇ ਹੋ। ਮੰਦਰ ਮਿੱਟੀ ਸੰਧੜੇ ਪੱਥਰ ਕੀਤੇ, ਪੱਥਰਾਂ ਦੇ ਬੜੇ ਬੜੇ ਸਮੁੰਦਰਾਂ ਦੇ ਕੰਢੇ ਤੱਲੀ ਤੱਕ ਹਿੰਦੂਆਂ ਦੇ ਮੰਦਰ ਐਡੇ ਵੱਡੇ ਪੱਥਰ ਹੀ ਸਾਰੀ ਉਮਰ ਮਾਂ ਸਾਰਾ ਕੁਛ ਕੀ ਹੋ ਰਿਹਾ ਹੈ। ਕਹਿੰਦਾ ਮੰਦਰ ਮਿੱਟੀ ਸੰਧੜੇ ਪੱਥਰ ਕੀਤੇ ਰਾਸੇ ਜੀਓ। ਕਹਿੰਦੇ ਇਹਨਾਂ ਟੋਲੀ ਭੁੱਲੀਅਸ। ਟੋਲੀ ਕਹਿੰਦੀ ਹੈ ਐਸੇ ਤੂੰ ਟੁੱਲ ਮਾਰ ਰਿਹਾ ਗੁੱਲੀ ਦੇ ਜਿੱਦਾਂ ਟੁੱਲ ਮਾਰੀ ਦੇ ਹੈ। तेरी हॉबी की हो गई है। तेरी हॉबी ये हो गई है भी गुरुद्वारा सब तू उच्चा सारा सोना सोना। वो गुरुद्वारा इन्ना सोहना नहीं होना चाहिए जिन्ना बिच बहन वाली संगत सोहनी होनी चाहिए है। जे संगत सोहनी होगी तो उत्ते ढक्कन अपना अपने आप ही वो बनाई जाएंगे। पर मंदिर मिट्टी ये हिंदू कर रहे काम, हुण भी कर रहे, हुण सिक्खी सब तो ज्यादा कर रही है। मंदिर मिट्टी संधड़े कोई बाबे नानक जी बाणी वाल नहीं देख रहा। मंदिर मिट्टी संधड़े पत्थर कीते रास जियो। इन्हीं टोली भुली सो बैठ कंत ना बैठी पास। कंत तो तेरे अंदर है, ਉਹਦੇ ਕੋਲ ਤੇ ਤੂੰ ਬੈਠਦਾ ਨਹੀਂ। ਹੁਣ ਬਾਬਾ ਨਾਨਕ ਅੰਦਰਲੇ ਕੰਤ ਕੋਲ ਬੈਠਦਾ ਔਰ ਇਹੋ ਕੰਤ ਸਾਡਾ ਅੰਦਰ ਜਿਹੜਾ ਪ੍ਰਗਟ ਹੋਣਾ ਹੈ ਉਹਦੇ ਪਾਸੇ ਰਹਿਣਾ ਔਰ ਉਹਦੇ ਵਿੱਚ ਹੀ ਮਿਲ ਜਾਣਾ। ਉਹ ਕਿਉਂ ਮਿਲਣਗੇ? ਜਿਨ ਕੋ ਪੂਰਵੇ ਲਿਖਿਆ ਸੇ ਆਏ ਮਿਲੇ ਗੁਰ ਪਾਸੇ। ਆਮ ਪਿੰਡਾਂ ਸਾਂ ਚ ਸਿੱਧਾ ਸ਼ਬਦ ਕਰ ਦਿਓ। ਤੂੰ ਕਿੱਧਰ ਬਾਹਰ ਲੱਭੀ? ਕਿਹੜੇ ਕਿੱਥੇ ਲੱਭਦਾ ਫਿਰ? ਉਹ ਤੇਰੇ ਕੋਲ ਹੈ, ਤੇਰੇ ਅੰਦਰ ਹੈ। गुर मेरे संगे सदा है नाले, गुर मेरे संगे सदा है नाले। आ शब्द गुरु ग्रंथ साहब ਨੂੰ ਅਦਬ ਨਾਲ ਸਿਰ ਤੇ ਚੱਕ ਕੇ ਪੜ੍ਹ ਕੇ ਜਾਂਦੇ ਨਾਲ
पर ध्यान किधर हुंदा? उस गुर वाल अंदर वाल नहीं हुंदा। वो कहंदे आ जिहड़ा साडे सिर ते गुरु बैठा है ना, ये गुर मेरे संगे सदा है नाले, गुर मेरे संगे सदा है नाले। वो सदा तेरे नाल रहने, तू जाके तो सुख हासिल करा देना। ये सारियां एक किस्म दी असी प्यार सत्कार करते हुए बुत परस्ती नूं असी आड़ बनाया। ये बड़ा सौखा काम है, पर बाणी नूं समझ के इहदे मुताबिक बाबा नानक जिस तरह कहंदा भी अंदर वड़ के अपने उस गुर दे कोल बैठना, वो किदां? ए गुर मेरे संगे सदा है नाले, गुर मेरे संगे सदा है नाले। ए सिमरे सिमरे तिस सदा समाले, सिमरे सिमरे तिस सदा समाले। हर वेले गुरु नाल आ जांदा, पर जिन को पूर्वे लिखिया से आए मिले गुर पासे। सतियार सिख बैठे सत्ते गुर पासे। आ भी लाइन विचार लो, जिहड़े सतियार सिख है वो बैठते ने सतगुर पास लागे आण के बैठ जाते। जे असी गुरु ग्रंथ साहब वाल ध्यान लै गए आले दुआले बैठ के साडियां उत्थे ही प्रोग्रेस बंद हो जू भी असी पा लिया वो थान भी सचियार असी सिख हैं, असी गुरु ग्रंथ साहब के हजूर बैठे हैं, नाम जप रहे हैं जां बाणी पढ़ रहे हैं, गा रहे हैं, कीर्तन कर रहे हैं, असी सचियार सिख हैं। क्योंकि जे गुरु ग्रंथ साहब नूं सतगुरु साहब मान लोगे, सतगुरु साहब ते बाबा नानक भी नहीं आ। बाबे नानक दे अंदर 10 जोतां दे अंदर सारा पूरे दा पूरा सतगुरु इस पीढ़ी आया है, और वो आप अकाल पुरख है। सतगुर मेरा सदा सदा ना आवे ना जाए, वो विनाशी पुरख है, काल पुरख है। तो सतगुर दी जिहड़ी चीज़ लभी आ रहे हैं उहदे ते फिट नहीं बैठदी। किहड़ी भी तू सचियार सिख बन के अंदरला जिहड़ा सतगुर प्रगट होना उहदे लागे जाके अपना मान बिठालना है। बाणी जिथे बैठना आ जाए वो मन दा बहना, अंदर मन दा बहना की इहदे विचार बंद हो जाते, फुरने बंद हो जाते, इहनूं सुख आउणा शुरू हो जाता, और एक टक भजमा नाम जपना शुरू कर दिंदा। और वो सचियार सिख है जिहड़े अंदर ऐन मन खड़ा करके उस सतगुरु के अगे बैठते ने और लागे जाके उस स्पिरिचुअल स्टेज नूं गेन करते हैं। सचियार सिख बैठे सत्ते गुर पासे। वो तो सारे सतगुर है, इस करके हर कोई अपनी कमाई करके इस नाम की अपने वो कोल बैठदा, ओहदे लिए तो कह सचियार सिख बैठे हैं। मन उन्हां दा देह तो हुंदी नहीं, देह किस तरह अंदर बढ़ जाऊगी। मानना बहना अंदर जाके, मानना बाहरों पाउणों बंद हो जाना, ओहदे विच मिल जाना। जिन असी पिछे दसी आ रहे हैं 3 फैक्टर है इस चीज़ दे। पिछले जन्म की कमाई, इत्थे दी किदां दी संगत करदा, और तीसरा फैक्टर उहदे हत्थ च आ, उहदा गुर प्रसाद है, ओहदा भा जाए। ये 2 फैक्टर ना भी होण ते किरपा कर दिंदा है। जिहड़ा पूर्वला जन्म है उहदे कुछ संस्कार होण, और फिर इत्थे आण के भी संगत सच्ची वैसक तिन्हां संग जिन संग जपीए नाम जपण वालियां दी संगत हो जाए, फिर उहदा गुर प्रसाद मिलता है। 3 फैक्टर है, पर इत्थे पहले फैक्टर दी महाराज शब्द दे रहे ने, जिन को पूर्वे लिखिया से आए मिले गुर पासे। तेरे अंदर बैठना, जिन को पूर्वे लिखिया से आए मिले गुर पासे। सचियार सिख बैठे सत्ते गुर पासे। चौंकड़ी मार के बहना बॉडी का नहीं है, मन का अंदर बहना है। सचियार सिख बैठे सत्ते
ਹੈ ਜਿਹੜਾ ਕੂੜਾ ਕੰਮ ਕਰਦਾ, ਨਾਮ ਨਹੀਂ ਜਪਦਾ, ਉਹ ਨਹੀਂ ਅੰਦਰ ਬੈਠ ਸਕਦਾ। ਉਹ ਕੁੜਿਆਰਾਂ ਕੋਲ ਹੀ ਚਲੇ ਜਾਏਗਾ। ਕੁੜਿਆਰ ਕੁੜਿਆਰ ਹਰੀ ਜੈ ਰਨੇ, ਕੁੜਿਆਰ ਕੁੜਿਆਰੀ ਜੈ ਰਨੇ। ਸਚਿਆਰ ਸਿੱਖ ਬੈਠੇ ਸੱਤੇ ਗੁਰ ਪਾਸੇ, ਸਚਿਆਰ ਸਿੱਖ ਬੈਠੇ ਸੱਤੇ ਗੁਰ ਪਾਸੇ। ਉਹ ਕੁੜਿਆਰ ਕਿਉਂ ਨਹੀਂ ਅੰਦਰ ਵੜ ਸਕਦੇ? ਕਿਉਂਕਿ ਉੱਥੇ ਸੱਚ ਵਰਤਦਾ ਹੈ, ਉੱਥੇ ਸੱਚ ਵਰਤਦਾ। ਕੁੜਿਆਰਾਂ ਚਿੱਤ ਉਦਾਸ, ਕੁੜਿਆਰਾਂ ਚਿੱਤ ਉਦਾਸ। ਉਹ ਵਾਲ ਛਲ ਕਰ ਝੱਟ ਕੱਢ ਦੇ। ਕਿਆ ਪੰਜਾਬੀ ਲਿਖੀ ਸਿੱਧੀ, ਉਹ ਵਾਲ ਛਲ ਕਰਕੇ ਝੱਟ ਕੱਢਣਗੇ, ਵਿੱਚ ਵੀ ਬਹਿ ਜਾਣਗੇ ਪਰ ਅੰਦਰ ਨਹੀਂ ਬਣਨਗੇ ਆਪਣੇ। ਉਹ ਵਾਲ ਛਲ ਕਰ ਕੱਢ ਦੇ, ਫਿਰ ਜਾਏ ਬਹਿ ਕੁੜਿਆਰਾਂ ਪਾਸ, ਫਿਰ ਜਾਏ ਬਹਿ ਕੁੜਿਆਰਾਂ ਪਾਸ। ਵਿੱਚ ਸੱਚੇ ਕੂੜ ਨਾ ਘੱਡੇ, ਦਿਨ ਸੱਚੇ ਕੂੜੇ ਨਾ ਘੱਡੇ। ਸਾਰ ਸਿੱਖ ਬੈਠੇ ਸੱਤੇ ਗੁਰ ਪਾਸੇ, ਸਚਿਆਰ ਸਿੱਖ ਬੈਠੇ ਸੱਤੇ ਗੁਰ ਪਾਸੇ। ਜਿਨ ਕੋ ਪੂਰਵੇ ਲਿਖਿਆ, ਸੇ ਆਏ ਮਿਲੇ ਗੁਰ ਪਾਸੇ, ਸੇ ਆਏ ਮਿਲੇ ਗੁਰ ਪਾਸੇ। ਸੇਵਕ ਪਾਏ ਬਣ ਜਾਰਿਆ ਮਿੱਤਰਾ, ਹੈ ਸੇਵਕ ਪਾਏ ਬਣ ਜਾਰਿਆ ਮਿੱਤਰਾ। ਗੁਰ ਹਰ ਹਰ ਨਾਮ ਪਰਗਾਸੇ। ਗੁਰ ਹਰ ਨੂੰ ਔਂਕੜ ਹੈ, ਸਾਡੇ ਹੱਥ ਸ਼ਬਦ ਹੈ, ਆਮ ਗੁਰ ਨਹੀਂ ਹੈ। ਸਾਡਾ ਗੁਰ ਰਾਰੇ ਨੂੰ ਔਂਕੜ ਵਾਲਾ ਗੁਰ, ਔਰ ਇਹਦਾ ਮੁਕਾਬਲਾ ਕੋਈ ਈਸ਼ਰ ਨਹੀਂ ਕਰ ਸਕਦਾ, ਕੋਈ ਬ੍ਰਹਮਾ ਨਹੀਂ ਕਰ ਸਕਦਾ, ਕੋਈ ਗੋਰਖ ਨਹੀਂ ਕਰ ਸਕਦਾ। ਗੁਰ ਸਾਡਾ ਕੰਮ ਸਾਰੇਗਾ ਹੈ। ਗੁਰ ਈਸ਼ਰ, ਗੁਰ ਗੋਰਖ, ਬਰਮਾ ਗੁਰ। ਅਸੀਂ ਬ੍ਰਹਮੇ ਨੂੰ ਨਹੀਂ ਮੰਨਣ ਵਾਲੇ, ਅਸੀਂ ਇਸ ਗੁਰ ਨੂੰ ਮੰਨਣ ਵਾਲੇ ਹਾਂ। ਆ ਵੈ ਜਪ ਦੇ ਪਿਲਰ ਗੱਡੇ ਪਏ ਹੈ। ਜਪ ਦੀ ਬਾਣੀ ਪੜ੍ਹ ਲੈਣੀ, ਪਾਠ ਕਰਨੇ, ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਉਹ ਜਾਣਾ। ਉਹ ਭਾਈ ਦੇਖ ਤੇ ਲਓ, ਉੱਥੇ ਰਾਰੇ ਨੂੰ ਔਂਕੜ ਹੈ ਤਿੰਨਾਂ ਨੂੰ। ਔਰ ਉਹੀ ਇੱਥੇ ਸਾਫ਼ ਕੀਤਾ ਮਹਾਰਾਜ ਨੇ। ਇਹ ਵਣਜਾਰਿਆ ਮਿੱਤਰਾ ਸੇਵਕਾ, ਹਰ 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 ਦੋ ਵਾਰੀ ਆ ਗਿਆ। ਨਾਮ ਜਪ ਜਪ ਕੇ ਨਾਮ ਦਾ ਅੰਦਰ ਪ੍ਰਗਾਸ ਕਰ। ਗੁਰ ਹਰ ਹਰ ਨਾਮ ਪ੍ਰਗਾਸੇ, ਗੁਰ ਹਰ ਹਰ ਨਾਮ ਪ੍ਰਗਾਸੇ। ਆਹੋ ਗੁਰ ਜਿਹੜਾ ਲਫ਼ਜ਼ ਹੈ, ਗੁਰ ਜਿੱਥੇ ਔਂਕੜ ਆ ਜਾਏ, ਇਹੋ ਬਾਬੇ ਨਾਨਕ ਦਾ ਗੁਰੂ ਹੈ। ਉਹ ਆਪ ਲਿਖਦੇ, ਇਹ ਤੱਤ ਹੈ और ये माया तू रहत है गुरु, और ये जोत स्वरूपी है, और ये सोहंग ਇਹੋ ਸੋਹੰਗ ਹੈ ਜਿਹੜੇ ਜਿਹੜੇ ਵੱਡੇ ਮੰਤਰ ਸੀ ਪੁਰਾਣੇ ਸਾਡੇ ਦੀ। ਤਤ ਨਿਰੰਜਨ ਜੋਤਿ ਸਬਾਈ ਸੋਹੰਗ ਭੇਦ ਨਾ ਕੋਈ ਜਿਉ। ਇਹ ਕੌਣ ਹੈ? ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਆ ਬਾਬੇ ਨਾਨਕ ਦਾ ਗੁਰੂ ਹੈ। ਜਿਹੜੇ ਪੁੱਛਦੇ ਨੇ ਕਈ ਜੀ ਗੁਰੂ ਨਾਨਕ ਨਾਮ ਹੀ ਤੇ ਕਿਸੇ ਕੋਲੋਂ ਦੀਖਿਆ ਲਈ ਹੋਣੀ ਦੇ ਕੋਲੋਂ, ਜੇ ਅਸੀਂ ਨਾਮ ਧਾਰੀਏ ਸਾਰੇ ਚੰਗੇ ਹੈ। ਸੈਕਟ ਦੋਨੋਂ ਰਾਧਾ ਸਵਾਮੀ ਸਾਰੇ ਨਾਮ ਜਪਦੇ, ਮਾਸਟਰ ਬਹੁਤ ਅੱਛੇ ਸਾਡੇ ਨਾਲੋਂ, ਪਰ ਇਸੇ ਇੱਕ ਪੁਆਇੰਟ ਤੋਂ ਖੁੱਲੇ ਆ। ਉਹ ਕਹਿੰਦੀ ਜੀ ਦੇਹ ਦੀ ਲੋੜ ਹੈ, ਔਰ ਮੁਸਲਮਾਨ ਔਰ ਸਾਰੇ ਬਾਕੀ ਵੀ ਜੀ ਜੀਂਦਾ ਮੁਰਸ਼ਿਦ ਚਾਹੀਦਾ, ਕੋਈ ਸੰਤ ਚਾਹੀਦਾ ਜਿਹੜਾ ਕਿ ਸਾਰਾ ਵਿੱਚ ਵਿਚੋਲਾ। ਉਹ ਭਾਈ ਦੇਖ ਤੇ ਲਓ, ਸਾਰੀ ਬਾਣੀ 'ਚ ਦੇਹ ਭੱਜੀ ਪਈ ਹੈ। ਦੇਹ ਨੂੰ ਨਹੀਂ ਮੰਨਦੀ ਬਾਣੀ, ਇਸ ਗੁਰ ਨੂੰ ਮੰਨਦੀ ਹੈ। ਤੋ ਗੁਰ ਕੀ ਹੈ?
गुर है तत् निरंजन ज्योति सबाई सो हंग भेद न कोई जियो अपरंपर पार ब्रह्म परमेश्वर नानक गुर मिलिया सोई जियो। और जदों अंदर मिलता है हर हर नाम परगाते होते हर हर नाम परगाते सेवक पाए बन जा रिया मित्रा सेवक पाए बन जा रिया मित्रा। वनजारा उत्ते हैडिंग इसदा हे वनजारिया मित्रा गुर हर हर नाम परगाते गुर हर हर नाम परगाते तन तन वणज वापारिया तन तन वणज वापारिया जिन वखर लदड़िया हारे रासे जिना वखर लदड़िया हारे रासे जिन वखर लदड़िया हे गुरमुखां दरे मुख उजले गुरमुखां ਜਿਹੜੇ ਇਸ ਰਾਸਤੇ ਤੇ ਪੈ ਗਏ ਇੱਥੇ ਉਹਨਾਂ ਨੂੰ ਇੰਨੀਆਂ ਤਸੀਹੇ ਔਰ ਇੰਨੀ ਲੋਕ ਫਟਕਾਰ ਇੰਨੀ ਨਿੰਦਿਆ ਹੋਊ ਇੰਨੀ ਉਹਨਾਂ ਨੂੰ ਤਸੀਹੇ ਦੇਣਗੇ ਇੱਥੇ ਉਹਨਾਂ ਦੇ ਮੁੱਖ ਨਹੀਂ ਸੋਹਣੇ ਹੋਣੇ ਬਾਕੀਆਂ ਦੇ ਸੋਹਣੇ ਹੋਣੇ ਆ ਦੁਨੀਆ ਉਹਦੇ ਨਾਲ ਦੇ ਮਗਰ ਲੱਗੇਗੀ ਆਹ ਜੀ ਕਿੱਡਾ ਸੋਹਣਾ ਸੰਤ ਜਾ ਰਿਹਾ ਆਹ ਕਿੱਡਾ ਨੂਰ। ਪਰ ਇਹਨਾਂ ਨੂੰ ਜਿਹੜੇ ਇਹ ਹੈ ਉਹਨਾਂ ਦੇ ਮੁਖ ਕਿੱਥੇ ਉਜਲੇ ਹੁੰਦੇ ਹੈ ਗੁਰਮੁਖਾਂ ਦਰੇ ਮੁਖ ਉਜਲੇ ਵਾਹ ਵਾਹ ਗੁਰਮੁਖਾਂ ਦਰੇ ਮੁਖ ਉਜਲੇ ਸੇ ਆਏ ਮੇਲੇ ਹਰ ਪਾਰ ਆਪ ਇਹਦਾ ਬਾਣੀ ਦਾ ਆ ਦੇਖੋ ਪਹਿਲਾਂ ਗੁਰੂ ਆਇਆ ਗੁਰ ਆਇਆ ਜੋੜਨ ਹਾਰਾ ਲਿੰਕ ਆਇਆ ਅੰਦਰ ਹੁਣ ਰੱਬ ਦੇ ਕੋਲ ਜਾ ਕੇ ਬੈਠ ਗਿਆ ਵਿਆਸੀ ਹਰ ਪਾਸੇ ਹਰ ਪਾਸੇ ਸਾਰੀ ਬਾਣੀ ਚ ਡਿਸਪਲਿਨ ਆ ਪਹਿਲਾਂ ਸਤਿਗੁਰੂ ਅੰਦਰ ਆਏਗਾ ਉਹ ਪਾਵਰ ਉੱਥੋਂ ਉਹ ਜੋੜੇਗੀ ਉੱਥੋਂ ਬਾਅਦ ਰੱਬ ਦੇ ਦਰਸ਼ਨ ਹੋਣਗੇ ਕਦੋਂ ਗੁਰਮੁਖਾਂ ਦਰੇ ਮੁਖ ਉਜਲੇ ਸੇ ਆਏ ਮਿਲੇ हर पास उतली लाइन पिछली रिकलेक्ट करो पिछली लाइन पहली की होया से आए मिले गुर पासे कहना गुर पास आए मिले गुर पासे अगली लाइन से आए मिले हर पासे से जाने नानक गुर तिन पाया साडे हत्थां च शब्द है गुर आम नहीं है रारे नूं औंकड़ है आह बाबे नानक वाला गुर उन्हां नूं मिल गया जन नानक गुर तिन पाया जन नानक गुर तिन पाया जिन आप तुठा गुण तासे जिना आप तुठा गुण तासे जदों आ अवस्था होगी स्पिरिचुअल स्टेज होगी फिर आ रहा दी तोकाई हर त्याग हो सासे के आसे हर त्याग हो सासे के आसे हर त्याग हो सास गिरा से हर त्याग हो सास गिरा से मने प्रीत लगी तिना गुरमुखा हर नाम देना से मने प्रीत लगी
समरथ सिमरे सासे गिरासे सो समरथ सिमरे सासे गिरासे। अगले पन्ने के दर्शन करते हैं असी। पन्ना है 197 197 गौरी महला पंजवा। असी जी तंत छोया ਉਹਦੀ पूनी कत्तन लगे हैं और ਉਹੀ महाराज ये शब्द च कह रहे ने महला पंजवा सो समरथ। उस काल पुरख ਤੋਂ बगैर किसी ਨੂੰ नहीं असी ध्यान च रखा, ना देवी ਨੂੰ ना देवते ਨੂੰ ना गुरु ਨੂੰ, किसी इंसान ਨੂੰ जिन्हें मां ਦੇ पेट ਚੋਂ जन्म लिया असी ਉਹਦਾ ध्यान नहीं रखना। सो समरथ सिमरे सास गिरासे सो समरथ सिमरे सास गिरासे। सो समरथ सिमरे सास गिरासे सो समरथ सिमरे सास गिरासे। ਉਹਨੂੰ ਸਿਮਰਨਾ ਜਿਹਦੇ ਵਸ ਮੌਤ ਹੈ, ਜਿਹਦੇ ਵਸ ਬੁਢਾਪਾ ਹੈ, ਜਿਹਦੇ ਵਸ ਜਨਮ ਮਰਨ ਹੈ। ਅਸੀਂ ਜੀ ਜਨਮ ਮਰਨ ਤੋਂ ਛੁੱਟਣਾ, ਜੇ ਬੁਢਾਪੇ ਤੋਂ ਬਚਣਾ, ਜੇ ਅਸੀਂ ਮੌਤ ਤੋਂ ਬਚਣਾ। ਆ ਤਿੰਨ ਚੀਜ਼ਾਂ ਸੀ ਜਿਹੜੀਆਂ ਮਹਾਤਮਾ ਬੁੱਧ ਬਣ ਗਿਆ ਸੀ ਜਿਹਦੇ ਨਾਲ। ਲਾਈਟ ਆਫ ਏਸ਼ੀਆ, ਐਡਾ ਵੱਡਾ ਰਾਜਕੁਮਾਰ ਜਿਹੜਾ ਭੂਰਿਆਂ 'ਚ ਪਲਿਆ, ਉਹਨੂੰ ਬਾਹਰ ਰਸਵਾਨ ਦੇ ਕੇ ਜਾ ਵੀ ਮੈਂ ਦੁਨੀਆ ਦੇਖ ਲਵਾਂ। ਉਹਨੇ ਦੇਖਿਆ ਇੱਕ ਬੁੱਢਾ ਆਉਂਦਾ, ਉਹ ਆਪਣੇ ਰਸਵਾਨ ਨੂੰ ਕਹਿੰਦਾ ਕਿ ਇਹ ਕੀ ਚੀਜ਼ ਹੈ। ਉਹ ਕਹਿੰਦੇ ਕਿ ਇਹ ਬੁੱਢਾ ਹੋ ਗਿਆ ਜੀ। ਕਹਿੰਦਾ ਮੈਂ ਵੀ ਕਦੀ ਬੁੱਢਾ ਹੋਵਾਂਗਾ। ਕਹਿੰਦੇ ਹਾਂ ਰਾਜਕੁਮਾਰ ਤੂੰ ਵੀ ਬੁੱਢਾ ਹੋ ਗਿਆ। ਅੱਗੇ ਕੋਈ ਬਵਾਨ ਤੁਰਿਆ ਹੁੰਦਾ ਸੀ, ਲੋਕ ਚੱਕੀ ਆਉਂਦੀ ਸੀ, ਲੋਕ ਰਾਮ ਨਾਮ ਸੱਤ ਹੈ, ਰਾਮ ਨਾਮ ਸੱਤ। ਉਹ ਕਹਿੰਦੇ ਇਹ ਕੀ ਚੀਜ਼ ਹੈ। ਕਹਿੰਦੀ ਜੀ ਇਹ ਮਰ ਗਿਆ। ਕਹਿੰਦਾ ਮੈਂ ਵੀ ਕਦੀ ਮਰਾਂਗਾ। ਕਹਿੰਦੇ ਹਾਂ ਮੌਤ ਤੇ ਹਰ ਇੱਕ ਨੂੰ ਆਉਣੀ। ਫਿਰ ਅੱਗੇ ਇੱਕ ਕੋਹੜੀ ਸੀ ਮਿਲਿਆ, ਬਿਮਾਰ ਇੰਨਾ ਦੁੱਖ। ਕਹਿੰਦੇ ਇਹ ਮੈਨੂੰ ਵੀ ਲੱਗ ਸਕਦੇ। ਕਹਿੰਦੀ ਜਿੰਨ ਚੱਕਰ ਸਰੀਰ ਲੱਗਣਗੇ। ਆਹ ਤਿੰਨ ਚੀਜ਼ਾਂ ਦੇਖ ਕਹਿੰਦੇ ਛੱਡੋ ਦੁਨੀਆ ਫਿਰ ਇਹ ਤੇ ਸਾਰਾ ਦੁੱਖਾਂ ਦਾ ਘਰ। ਪਰ ਸਾਡੇ ਮਹਾਰਾਜ ਸਾਡਾ ਬਾਣੀ ਦਿੰਦਾ, ਕਹਿੰਦੇ ਉਹ ਸਮਰੱਥ ਨੂੰ ਇਹਦੇ ਵਿੱਚ ਹੀ ਸੇਵ। ਇਹ ਤਿੰਨੇ ਚੀਜ਼ਾਂ ਦੇਖ ਕੇ ਨਾ ਗੁਰਮੁਖੇ ਬੁੱਢੇ ਨਾ ਥੀਏ ਜਿਹਨੇ ਅੰਤਰ ਸੁਰਤ ਗਿਆਨ। ਗੁਰੂ ਅਮਰਦਾਸ ਸਾਹਿਬ 67 ਸਾਲ ਤੋਂ ਸ਼ੁਰੂ ਕੀਤਾ, 100 ਸਾਲ ਤੱਕ ਜੀਂਦੇ ਰਹੇ। ਉਹਨਾਂ ਦੀ ਤੋਂ ਗੁਰਮੁਖੇ ਜਿਹੜਾ ਇਸ ਚੈਨਲ 'ਚ ਪੈ ਜਾਏ, ਸ਼ਬਦਾਂ ਦੇ ਚੈਨਲ 'ਚ, ਗੁਰਮੁਖੇ ਬੁੱਢੇ ਨਾ ਥੀਏ ਜਿਹਨੇ ਅੰਦਰ ਸੁਰਤ ਗਿਆਨ। ਇਹੋ ਜਿਹਾ ਗਿਆਨ ਉਹਨਾਂ ਦੇ ਹੱਥ 'ਚ ਹੋਵੇ और वो ज्ञान कहेगा सो समरथ सिमरे सास गिरासे सो समरथ सिमरे सास गिरासे। जन्म जरा, जरा कहते बुढ़ापे नूं जर लग गई। जर कहते जंग लगन नूं। आ बॉडी नूं जदों जंग लग जांदा, आयरन नूं जंग लगदा ना, वो निकम्मा हो जांदा। ਬੰਦੇ ਨੂੰ ਜਰ ਦਾ ਮਤਲਬ ਹੈ ਬੁਢਾਪਾ ਆਉਣਾ ਸ਼ੁਰੂ। ਓਲਡ ਏਜ ਇਜ਼ ਇਟ ਸੈਲਫ ਏ ਡਿਜ਼ੀਜ਼। ਐਡੀ ਭਾਰੀ ਬਿਮਾਰੀ ਹੈ ਬੁਢਾਪਾ, ਬਿਮਾਰੀ ਹੈ। ਇਸ ਕਰਕੇ ਜਨਮ ਔਰ ਤੂੰ ਜੰਮਦਾ ਮਰਦਾ ਰਹਿਣਾ, ਪੇਟ 'ਤੇ ਆਉਂਦਾ ਰਹਿਣਾ। ਮਿਰਤ ਫਿਰ ਤੇਰੀ ਡੈਥ ਹੋ ਜਾਂਦੀ ਹੈ। ਕਹਿੰਦਾ ਇਹ ਕਿਹਦੇ ਵਸ ਹੈ। ਇੱਥੇ ਵਾਸ ਲਿਖਿਆ ਹੋਏਗਾ। ਵਾਸ ਮੈਨੇ ਅਸੀਂ ਬਾਣੀ ਦੀਆਂ ਟੋਕਾਂ ਤਾਂ ਦੇ ਰਹੇ ਹਾਂ ਵੀ ਇਹ ਗੀਤ ਹੈ। ਇਹਨਾਂ 'ਚ ਪਿਛਲਾ ਕਾਫੀਆ, ਪਿਛਲਾ ਲਫ਼ਜ਼ ਬਣਾਉਣਾ ਸੀ ਵਾਸ ਤੇ ਗਿਰਾਸ। ਵਾਸ ਦਾ ਮਤਲਬ ਵਸਣਾ ਨਹੀਂ ਆ, ਵਾਸ ਦਾ ਮਤਲਬ ਵਸ ਹੈ, ਜਿਹਦੇ ਵਸ ਹੈ। ਵਸ ਲਿਖ ਨਹੀਂ ਸਕਦੇ ਕਿਉਂਕਿ ਪਿਛਲਾ ਕਾਫੀਆ ਗਿਰਾਸ ਹੈ। ਇਸ ਕਰਕੇ ਉਹ ਗਿਰਾਸ ਤੇ ਵਾਸ, ਜਿਹਦੇ ਵਸ ਬੁਢਾਪਾ, ਜਨਮਣ ਮਰਨ ਔਰ ਮੌਤ ਹੈ। ਉਸ ਸਮਰੱਥ ਸਿਮਰੇ जिस वासे जन्म मरा मृत जिस वासे सो समरथ सिमरे सास गिरासे सो समरथ सिमरे सास गिरासे। ਅਸੀਂ ਸ਼ਬਦ ਜਿੱਦਾਂ ਲਿਖਿਆ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪੜਾਂਗੇ। ਵਿੱਚ ਥੋੜਾ ਜਿਹਾ ਮੁਸ਼ਕਿਲ ਕੋਈ ਐਸਾ ਉੰਝੜ ਹੋਵੇ, ਗੁੰਝੜ ਹੋਵੇ
ਉਹ ਹੌਲੀ ਹੌਲੀ ਖੋਲੀ ਜਾਵਾਂਗੇ, ਫਿਰ ਅਸੀਂ ਅਗਲੇ ਸ਼ਬਦ ਤੇ ਜਾਵਾਂਗੇ। ਪਾਉ ਸਰਣਾਈ ਜਿਨੇ ਹਰਿ ਜਾਤੇ, ਮਨ ਤਨ ਸੀਤਲ ਚਰਨ ਹਰਿ ਰਾਤੇ। ਪਾਉ ਸਰਣਾਈ ਜਿਨੇ ਹਰਿ ਜਾਤੇ, ਮਨ ਤਨ ਸੀਤਲ ਚਰਨ ਹਰਿ ਰਾਤੇ। ਪੈ ਪ੍ਰਭ ਮਨੇ ਨਾ ਵਸਾਈ, ਡਰਪਤ ਜਨਮ ਬਹੁਤ ਜਾਈ। और हौल आया, डरपत के तो डर के, ये डरना है माया तू। डर पे इंद्र विचारा, डर पे धर्म राए, डर पे काल, डर पे किहदे कोलों? माया दे वास है। माया सब तू वड्डी है, पर भगत ना व्यापे माया। ਜਿਹੜੇ ਇਸ ਸਮਰੱਥ ਨਾਲ ਜੁੜਦੇ ਉਹ ਨਹੀਂ ਡਰਦੇ, ਲੇਕਿਨ ਬਾਕੀ ਸਾਰੇ ਹੀ ਬਿਰਥਾ ਜਾਤ ਜਨਮ ਬਿਰਥਾ ਜਾਤ ਰੰਗੇ ਮਾਇਆ ਕੇ। ਦੋ ਰੰਗ ਹੈ, ਰੋਜ਼ ਰਹਿ ਰਸ ਪੜ੍ਹਦੇ ਹੋ। ਇੱਕ ਭਜਨ ਦਾ ਰੰਗ ਆ, ਉਹ ਨਿਰਭੈ ਹੋ ਜਾਂਦੇ ਹੈ। ਇੱਕ ਜਨਮ ਬਿਰਥਾ ਜਾਤ ਰੰਗੇ ਮਾਇਆ ਕੇ, ਮਾਇਆ ਦੇ ਵਸ ਦੇ ਵਿੱਚ ਉਹ ਡਰਪਤ ਜਨਮ ਬਹੁਤ ਜਾਹੀ। ਮਾਇਆ ਦੇ ਵਸ ਪਏ ਉਹ ਡਰ ਪਰ ਜਨਮ ਇਹ ਭੈ ਭੰਜਨ ਪ੍ਰਭ ਮਨੇ ਨਾ ਵਸਾਈ। ਉਹ ਡਰ ਭੰਨਣ ਵਾਲਾ, ਭੈ ਭੰਜਨ ਕਹਿੰਦੇ ਭੰਨਣ ਵਾਲਾ, ਜਿਹੜਾ ਡਰ ਨੂੰ ਭੰਨਣ ਵਾਲਾ ਉਹ ਤੇ ਤੂੰ ਮਨ 'ਚ ਵਸਾਇਆ ਹੀ ਨਹੀਂ। ਭੈ ਭੰਜਨ ਪ੍ਰਭ ਮਨੇ ਨਾ ਵਸਾਈ, ਡਰਪਤ ਡਰ ਜਨਮ ਬਹੁਤ ਰਹਾਉ। ਡਰਪਤ ਜਨਮ ਬਹੁ ਰਹਾਉ। ਇਹ ਜਾਂ ਕੈ ਹਿਰਦੈ ਵਸਿਓ ਹਰਿ ਨਾਮ, ਸਗਲ ਮਨੋਰਥ ਤਾਕੇ ਪੂਰਨ ਕਾਮ। ਇਹ ਜਨਮ ਜਰਾ ਮੇਰਤ ਜਿਸ ਵਾਸੇ, ਸੋ ਸਿਮਰਤ ਸਿਮਰੇ ਸਾਸੇ ਗੇਰਾ। ਇਹ ਮੀਤ ਸਾਜਨ ਸਖਾ ਪ੍ਰਭ ਏਕ, ਨਾਮ ਸੁਆਮੀ ਕਾ ਨਾਨਕ ਟੇਕ। ਇਹ ਨਾਮ ਸੁਆਮੀ ਕਾ ਨਾਨਕ ਟੇਕ। ਤੋ ਨਾਮ ਜਿਹੜਾ ਹੈ ਸਾਸ ਗਿਰਾਸ ਦਾ ਅਸੀਂ ਅਗਲਾ ਸ਼ਬਦ ਲੈਂਦੇ ਹਾਂ। 518 ਪੇਜ ਹੈ 518 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਔਰ ਅਸੀਂ ਪੌੜੀ ਚੱਕਣ ਲੱਗੇ ਹਾਂ ਢਾਡੀਆਂ ਦੀ। ਨਿਤ ਜਪੀਏ ਸਾਸ ਗਿਰਾਸੇ, ਨਾਉ ਪਰਵਰਦ ਗਾਰਦਾ। ਜਪੀਏ ਸਾਸੇ ਗਿਰਾਸੇ, ਨਾਉ ਪਰਵਰਦ ਗਾਰਦਾ। ਨਿਤ ਜਪੀਏ ਸਾਸੇ ਗਿਰਾਸੇ, ਨਾਉ ਪਰਵਰਦ ਗਾਰਦਾ। ਪਰਵਰਦਗਾਰ ਸਾਰਿਆਂ ਨੂੰ ਪਰਸ਼ੀਅਨ ਲਫ਼ਜ਼ ਹੈ। ਗੁਰੂ ਨਾਨਕ ਦੇ ਸਿੱਖ ਔਰ ਹਿੰਦੂ ਹਲੀ ਸਮਝ ਨਹੀਂ ਸੀ ਸਕੇ ਬਾਬੇ ਨੂੰ, ਔਰ ਮਾਹੌਲ ਕਰ ਰਹੇ ਸੀ ਵੀ ਇਹ ਨਵਾਂ ਕਿੱਥੋਂ ਕਰਾਈ ਆ ਗਿਆ। ਮੁਸਲਮਾਨ ਫਕੀਰ ਜ਼ਿਆਦਾ, ਸਿੱਖ ਮੁਸਲਮਾਨ ਸੀ ਬਾਬੇ ਦੇ, ਔਰ ਬਾਣੀ 'ਚ ਜ਼ਿਆਦਾ ਲਫ਼ਜ਼ ਪਰਸ਼ੀਅਨ ਦੇ ਹੋਣਗੇ।
परवरदिगार अकाल पुरख नूं कहंदे पालण वाले नूं नित जपीए सास तेरा हे नाम परवरदिगार दा। किसी देवते का नहीं, किसी गुरु का नहीं, किसी बंदे का नहीं, किसी मुरशद का नहीं, किसी इंसान का नाम नहीं जपना। नित जपीए सास तेरा नाम परवरदिगार दा। हे जिसनू करे रहम तिस न विसारदा। रहम रहम फिर रहमत नूं कहंदे, उर्दू का लफ्ज रहमत है। जिसनू करे रहम तिस न विसारदा। ये भी उसकी रहमत होगी, वो नहीं विसरेगा नाम। जिसनू करे रहम तिस न विसारदा। नित जपीए सास तेरा हे नाम परवरदिगार दा। नित जपीए सास तेरा हे नाम परवरदिगार दा। ये मजबून छेड़िया है सास क्रास का अभ्यास इन्ना रिकमेंडेड है। हैरान रह जीदा भी सिक्खी च की हो रहा है। जो चीज़ इन्नी रिकमेंड की दी ओदे ते ही टीके, उसे टिप्पना टप्पनी एक अखर से जपना की हो जाना सारे जिन्ने टीक उनका कसूर नहीं है। बाकी बाणी दी उन्होंने खोज बहुत आला है पर उनके भाग नहीं है, क्योंकि किन्हों दिसना नहीं है। जिसनू करे रहम तिस न विसारदा। उन्होंने उसी तरह ही लिखना, उन्हें तेरे रहमत नहीं है भी एक अखर से जपना की हो जाना। जिसनू करे रहम तिस न विसारदा। नित जपीए नाम परवरदिगार दा। नित जपीए सास तेरा नाम परवरदिगार दा। आप उपावन हार आपे ही मारदा। आ शब्द असी चलदा रखांगे और पौड़ी है ढाडियां दी टून ते चक्रे हैं। वो आप ही उपावनहार, आप ही अगाउंदा, आप ही जी पैदा करदा, आप ही फिर उन्होंने मारदा है। आप उपावनहार आपे ही मारदा। ओनू जा नित जपी है सास तेरा नाम परवरदिगार दा। नित जपी है सास तेरा नाम परवरदिगार दा। सिखो शब्द प्यारे जन्म मरण की टेक। मोक्ष उजल सदा सुखी, सदा सुखी, सदा सुखी। नानक सिमरत एक। वाहिगुरु जी का खालसा, वाहिगुरु जी की फतेह।